ਸਾਨੂੰ ਉਸ ਓੰਕਾਰ ਪਰਮੇਸ਼ਰ ਨਾਲ ਜੋੜਨ ਵਾਸਤੇ ਇਸ ਕਰਕੇ ਗੁਰੂ ਬਾਣੀ ਜ਼ੋਰ ਲਾਉਂਦੀ ਹੈ, ਕਿਉਂਕਿ ਅਸੀਂ ਕੋਈ ਆਖਦਾ ਮੈਂ ਮਾਂ ਦੀ ਭਗਤੀ ਕਰਦਾ, ਕੋਈ ਆਖਦਾ ਮੈਂ ਪਿਤਾ ਦੀ ਭਗਤੀ ਕਰਦਾ, ਕੋਈ ਦੇਵੀ ਮਾਂ ਦੀ, ਕੋਈ ਦੇਵਤਿਆਂ ਦੀ, ਕੋਈ ਫਕੀਰ ਦੀ ਭਗਤੀ ਕਰਦਾ, ਕੋਈ ਕਿਸੇ ਔਲੀਏ ਨੂੰ ਪੂਜਦਾ, ਕੋਈ ਕਿਸੇ ਪੀਰ ਦੀ ਭਗਤੀ ਕਰਦਾ। ਜੇ ਕਿਸੇ ਦੇਵਤੇ ਨੂੰ ਕਿਸੇ ਤਰ੍ਹਾਂ ਦਾ ਕੋਈ ਵਾਰ ਹੋਇਆ, ਕਿਸੇ ਦੇਵਤੇ ਨੂੰ ਵਾਰ ਇਹ ਹੋਇਆ ਏ ਜਿਹੜਾ ਵੀ ਤੇਰੇ ਦਰ ਤੇ ਆਵੇਗਾ ਉਹਨੂੰ ਪੁੱਤਰ ਪ੍ਰਾਪਤ ਹੋਵੇਗਾ। ਕਿਸੇ ਦੇਵਤੇ ਨੂੰ ਇਹ ਵਾਰ ਹੋਇਆ ਜੇ ਕੋਈ ਤੇਰੇ ਦਰ ਤੇ ਆ ਕੇ ਭਗਤੀ ਕਰੇ ਉਹਨੂੰ ਦੇਹ ਅਰੋਗਤਾ ਮਿਲੇ। ਕਿਸੇ ਨੂੰ ਇਹ ਵਾਰ ਹੋਇਆ ਹੈ ਜੇ ਕੋਈ ਤੇਰੇ ਦਰ ਤੇ ਆ ਕੇ ਤੇਰੀ ਮਨੋਤ ਕਰੇਗਾ, ਤੇਰੀ ਭਗਤੀ ਕਰੇਗਾ, ਕਿਸੇ ਦੀਆਂ ਲੱਤਾਂ ਠੀਕ ਹੋ ਜਾਣਗੀਆਂ, ਕਿਸੇ ਦਾ ਚਮੜੀ ਦਾ ਰੋਗ ਦੂਰ ਹੋ ਜਾਵੇਗਾ। ਹਰ ਇੱਕ ਦੇਵੀ ਦੇਵਤੇ ਪੀਰ ਫਕੀਰ ਨੂੰ ਅਲੱਗ-ਅਲੱਗ ਵਰ ਮਿਲਿਆ ਹੈ, ਅਲੱਗ-ਅਲੱਗ। ਇਸ ਕਰਕੇ ਸਾਨੂੰ ਸਾਰਿਆਂ ਦੀ ਭਗਤੀ ਕਰਨੀ ਪੈਂਦੀ ਹੈ। ਕੋਈ ਦੇਵੀ ਮਾਂ ਨੂੰ ਪੂਜਦਾ ਏ, ਕੋਈ ਪਿਤਾ ਦੀ ਭਗਤੀ ਕਰਦਾ ਏ, ਕੋਈ ਕਿਸੇ ਫਕੀਰ ਦੀ ਭਗਤੀ ਕਰਦਾ ਏ, ਕੋਈ ਕਿਸੇ ਪੀਰ ਦੀ ਭਗਤੀ ਕਰਦਾ ਏ। ਤੇ ਜਦੋਂ ਆਪਾਂ ਪਾਵਨ ਗੁਰਬਾਣੀ ਨੂੰ ਪੜ੍ਹਦੇ ਹਾਂ, ਪਾਵਨ ਗੁਰਬਾਣੀ ਸਾਨੂੰ ਆਖਦੀ ਹੈ ਅਸੀਂ ਜਿਸ ਤਰ੍ਹਾਂ ਦੀ ਇੱਛਾ ਮਨ ਵਿੱਚ ਰੱਖਾਂਗੇ, ਜਿਸ ਤਰ੍ਹਾਂ ਦੀ ਅਸੀਂ ਭਗਤੀ ਕਰਾਂਗੇ, ਸਾਨੂੰ ਅਗਲੇ ਜਨਮ ਦੇ ਵਿੱਚ ਉਹੀ ਕੁਝ ਬਣਨਾ ਪਵੇਗਾ। ਜੇ ਅਸੀਂ ਮਨੁੱਖਾਂ ਦੀ ਭਗਤੀ ਕਰਦੇ ਹਾਂ, ਭਗਤੀ ਦਾ ਮਤਲਬ ਇਹ ਹੁੰਦਾ ਏ ਕਿ ਮੋਹ ਮਮਤਾ ਕਰਨੀ। ਜੇ ਅਸੀਂ ਮਨੁੱਖਾਂ ਦੀ ਭਗਤੀ ਕਰਦੇ ਹਾਂ, ਮਨੁੱਖਾਂ ਦੇ ਨਾਲ, ਬੱਚੇ ਰਿਸ਼ਤੇਦਾਰਾਂ ਦੇ ਨਾਲ ਮੋਹ ਕਰਦੇ ਹਾਂ, ਉਹਨਾਂ ਦੀ ਭਗਤੀ ਕਰਦੇ ਹਾਂ, ਸਾਂਭ ਸੰਭਾਲ ਉਹਨਾਂ ਦੀ ਕਰਨੀ, ਤੇ ਫਿਰ ਸਾਨੂੰ ਅਗਲੇ ਜਨਮ ਦੇ ਫਿਰ ਮਨੁੱਖ ਹੀ ਬਣ ਕੇ ਆਉਣਾ ਪਵੇਗਾ। ਜੇ ਅਸੀਂ ਸੁਰਾਪਾਨ, ਨਸ਼ੀਲੇ ਪਦਾਰਥ, ਮਾੜੀ ਸੰਗਤ ਕਰਦੇ ਹਾਂ, ਜਿਸ ਤਰ੍ਹਾਂ ਜੂਆ ਖੇਡਣਾ, ਨਸ਼ਾ ਵਰਤਣਾ, ਜੀਵਾਂ ਦੀ ਹੱਤਿਆ ਕਰਨੀ, ਜੇ ਇਸ ਤਰ੍ਹਾਂ ਦੇ ਤਾਮਸ ਕਰਮ ਕਰਦੇ ਹਾਂ ਤੇ ਫਿਰ ਸਾਨੂੰ ਨਰਕ ਮਿਲ ਜਾਂਦਾ ਹੈ, ਫਿਰ ਸਾਨੂੰ ਭੂਤ ਪ੍ਰੇਤਾਂ ਦੀ ਜੂਨ ਮਿਲ ਜਾਂਦੀ ਹੈ। ਜੇ ਅਸੀਂ ਕਿਸੇ ਦੇਵੀ ਦੇਵਤਿਆਂ ਦੀ ਭਗਤੀ ਕਰਦੇ ਹਾਂ ਤੇ ਫਿਰ ਸਾਨੂੰ ਦੇਵੀ ਦੇਵਤਿਆਂ ਦੀ ਜੂਨ ਮਿਲ ਜਾਂਦੀ ਹੈ, ਉਹਨਾਂ ਦੀ। ਤੇ ਜੇ ਕਿਸੇ ਪੀਰ ਦੀ ਭਗਤੀ ਕਰਾਂਗੇ ਤੇ ਫਿਰ ਸਾਨੂੰ ਵੀ ਅਗਲੇ ਜਨਮ ਦੇ ਵਿੱਚ ਕਿਸੇ ਨਾ ਕਿਸੇ ਪੀਰ ਦੀ ਦੇਹੀ ਪ੍ਰਾਪਤ ਹੋ ਜਾਵੇਗੀ, ਪੀਰ ਦੀ ਦੇਹੀ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਆਖਦੇ ਹਨ, ਪਰ ਜੇ ਤੁਸੀਂ ਓੰਕਾਰ ਦੀ ਭਗਤੀ ਕਰਦੇ ਹੋ, ਜੇ ਤੁਸੀਂ ਸਤਿਗੁਰ ਦੀ ਭਗਤੀ ਕਰਦੇ ਹੋ, ਜਿਹੜਾ ਮਾਰਗ ਸਤਿਗੁਰ ਨੇ ਬਣਾਇਆ ਏ ਮੁਕਤੀ ਦਾ ਮਾਰਗ, ਜੇ ਤੁਸੀਂ ਸਤਿਗੁਰ ਦੇ ਬਣਾਏ ਮਾਰਗ ਦੇ ਉੱਪਰ ਚੱਲੋਗੇ, ਜੋ ਪਰਮਾਰਥ ਦਾ ਮਾਰਗ ਹੈ, ਪਰਮਾਰਥ ਆਖਦੇ ਹਨ ਮੁਕਤੀ ਦਾ ਮਾਰਗ, ਜੇ ਤੁਸੀਂ ਪਰਮਾਰਥ ਦੇ ਅਧਿਕਾਰੀ ਹੋ ਜਾਂਦੇ ਹੋ, ਫਿਰ ਤੁਹਾਨੂੰ ਸਾਰਾ ਕੁਝ ਮਿਲ ਜਾਵੇਗਾ। ਦੇਹ ਅਰੋਗਤਾ ਵੀ ਮਿਲੇਗੀ। ਪ੍ਰਾਣ ਕੋ ਬਚਈਆ, ਦੂਧ ਪੂਤ ਕੋ ਦਵਈਆ, ਜੋ ਮੰਗੈ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਜੇ ਤੁਸੀਂ ਸਤਿਗੁਰ ਦੀ ਭਗਤੀ ਕਰਦੇ ਹੋ ਨਾ,
ਓੰਕਾਰ ਦੀ। ਫਿਰ ਤੁਹਾਡਾ ਜੰਮਣ ਮਰਨ ਵੀ ਕੱਟਿਆ ਜਾਵੇਗਾ। ਫਿਰ ਤੁਹਾਡੇ ਇਸ ਲੋਕ ਦੇ ਤੁਹਾਨੂੰ ਸੁੱਖ ਸਹੂਲਤਾਂ ਵੀ ਪ੍ਰਾਪਤ ਹੋ ਜਾਣਗੀਆਂ। ਤੁਹਾਨੂੰ ਇਸ ਲੋਕ ਦੇ ਵਿੱਚ ਵੀ ਸੁੱਖ ਮਿਲੇਗਾ, ਦੇਹ ਅਰੋਗਤਾ ਮਿਲੇਗੀ, ਧਨ ਮਿਲੇਗਾ, ਸੰਤਾਨ ਦਾ ਸੁੱਖ ਮਿਲੇਗਾ। ਸਾਰੇ ਸੁੱਖ ਤੁਹਾਨੂੰ ਮਿਲ ਜਾਣਗੇ ਇਸ ਲੋਕ ਦੇ। ਤੇ ਫਿਰ ਪਰਲੋਕ ਦਾ ਸੁੱਖ ਵੀ ਮਿਲੇਗਾ। ਤੁਹਾਨੂੰ ਉਸ ਈਸ਼ਵਰ ਬ੍ਰਹਮ ਵਾਹਿਗੁਰੂ ਦੀ ਪ੍ਰਾਪਤੀ ਵੀ ਹੋਵੇਗੀ ਜੇ ਸਤਿਗੁਰ ਨਾਲ ਜੁੜੋਗੇ। ਤੇ ਜੇ ਅਸੀਂ ਦੇਵੀ ਦੇਵਤਿਆਂ ਦੀ ਭਗਤੀ, ਪੀਰ ਫਕੀਰਾਂ ਦੀ ਭਗਤੀ ਕਰਾਂਗੇ, ਫਿਰ ਸਾਨੂੰ ਇੱਕੋ ਸਹੂਲਤ ਮਿਲੇਗੀ ਜਿਹੜਾ ਉਹਨਾਂ ਨੂੰ ਵਾਰ ਹੋਇਆ ਹੈ। ਜੇ ਕਿਸੇ ਪੀਰ ਨੂੰ ਵਾਰ ਹੋਇਆ ਕਿ ਤੇਰੇ ਦਰ ਤੇ ਜਿਹੜਾ ਵੀ ਆਵੇ ਉਹਨੂੰ ਪੁੱਤ ਮਿਲੇਗਾ, ਉਹਦੀ ਭਗਤੀ ਅਸੀਂ ਕੀਤੀ ਕਈ ਸਾਲਾਂ ਤੱਕ, ਕਈ ਸਾਲਾਂ ਦੀ ਭਗਤੀ ਤਪੱਸਿਆ ਤੋਂ ਬਾਅਦ ਇੱਕ ਪੁੱਤਰ ਮਿਲਿਆ, ਉਹ ਵੀ ਨਿਕੰਮਾ ਨਿਕਲ ਆਇਆ ਬਾਅਦ ਦੇ ਵਿੱਚ। ਕਈ ਸਾਲਾਂ ਦੀ ਕੀਤੀ ਹੋਈ ਭਗਤੀ ਸਵਾਹ ਬਣ ਗਈ। ਜੇ ਕਿਸੇ ਦੇਵੀ ਦੀ ਭਗਤੀ ਕੀਤੀ ਕਿ ਇਹਨੂੰ ਵਾਰ ਹੋਇਆ ਏ, ਜਿਹੜਾ ਵੀ ਇਹਦੀ ਭਗਤੀ ਕਰੇਗਾ ਉਹਦੇ ਨੇਤਰ ਠੀਕ ਹੋਣਗੇ, ਕਿਸੇ ਦਾ ਕੰਨ ਠੀਕ ਹੋ ਜਾਵੇਗਾ, ਕਿਸੇ ਨੂੰ ਛੂਤ ਦੀ ਬਿਮਾਰੀ ਲੱਗੀ ਹੈ ਉਹ ਠੀਕ ਹੋ ਜਾਵੇਗੀ। ਇੱਕੋ ਵਾਰ ਉਹਨੂੰ ਮਿਲਿਆ ਏ, ਉਹਦੀ ਭਗਤੀ ਕੀਤੀ, ਉਹ ਵਰ ਸਾਨੂੰ ਮਿਲ ਗਿਆ। ਪਰ ਜੇ ਤੁਸੀਂ ਜਗਤ ਪਾਲਣ ਦੀ ਭਗਤੀ ਕਰੋਗੇ, ਗੋਪਾਲ ਗੋਬਿੰਦ ਦੀ ਭਗਤੀ ਕਰੋਗੇ, ਇੱਕ ਓੰਕਾਰ ਦੀ, ਫਿਰ ਤੁਹਾਨੂੰ ਸਾਰੇ ਸੁੱਖ ਤੇ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਜਾਣਗੀਆਂ। ਉਦਾਹਰਨ ਆਪਾਂ ਇਸ ਤਰ੍ਹਾਂ ਲਈਏ, ਵੇਖੋ ਇੱਕ ਰੁੱਖ ਲੱਗਾ ਏ। ਜੇ ਤੁਸੀਂ ਰੁੱਖ ਦੇ ਇਕੱਲੇ ਇਕੱਲੇ ਪੱਤੇ ਤੇ ਪਾਣੀ ਪਾਓਗੇ, ਇਕੱਲੇ ਇਕੱਲੇ ਪੱਤੇ ਤੇ ਸਮਾਂ ਪਾ ਕੇ ਉਹ ਜਿਹੜਾ ਰੁੱਖ ਹੈ ਨਾ ਉਹ ਸੁੱਕ ਜਾਵੇਗਾ, ਮਿਲੇਗਾ ਕੁਝ ਵੀ ਨਹੀਂ। ਤੇ ਜੇ ਅਸੀਂ ਰੁੱਖ ਦੀ ਜੜ ਵਿੱਚ ਪਾਣੀ ਪਾਈਏ, ਰੁੱਖ ਦੀ ਜੜ ਵਿੱਚ, ਜੇ ਉਹਦੀਆਂ ਜੜ੍ਹਾਂ ਵਿੱਚ ਪਾਣੀ ਪਾਵਾਂਗੇ ਤੇ ਜੜ ਵਿੱਚ ਪਾਣੀ ਪਾਉਣ ਦੇ ਨਾਲ ਕੀ ਹੋਵੇਗਾ, ਰੁੱਖ ਸਾਰਾ ਹਰਿਆ ਭਰਿਆ ਹੋ ਜਾਵੇਗਾ ਸਾਰਾ। ਹੁਣ ਅਸੀਂ ਸੋਚਣਾ ਹੈ ਕਿ ਇਕੱਲੇ ਇਕੱਲੇ ਪੱਤੇ ਤੇ ਪਾਣੀ ਪਾਉਣਾ ਹੈ ਜਾਂ ਰੁੱਖ ਦੀ ਜੜ ਵਿੱਚ ਪਾਣੀ ਪਾਉਣਾ ਹੈ। ਅਸਲ ਵਿੱਚ ਇਸ ਸਾਰੇ ਬ੍ਰਹਿਮੰਡ ਦੀ, ਕਾਇਨਾਤ ਦੀ, ਕੁੱਲ ਆਲਮ ਦੀ ਜਿਹੜੀ ਜੜ ਹੈ, ਉਹ ਜੜ ਹੈ ਇੱਕ ਓੰਕਾਰ। ਪਰਮੇਸ਼ਰ ਹੈ ਜੜ ਸਾਰਿਆਂ ਦੀ, ਭਗਵਾਨ ਈਸ਼ਵਰ ਵਾਹਿਗੁਰੂ ਅੱਲਾ ਗੋਂਡ, ਉਹ ਸਾਰਿਆਂ ਦੀ ਜੜ ਹੈ। ਤੇ ਜੇ ਤੁਸੀਂ ਸਤਿਗੁਰ ਦਾ ਸੰਗ ਕਰਕੇ ਉਹਦੇ ਨਾਲ ਜੁੜ ਜਾਓਗੇ, ਜੇ ਤੁਸੀਂ ਬਾਣੀ ਨੂੰ ਪੜ੍ਹ ਕੇ ਉਹਦੇ ਇੱਕ ਓੰਕਾਰ ਨਾਲ ਜੁੜ ਜਾਓਗੇ, ਫਿਰ ਤੁਹਾਡਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਸ ਬਾਣੀ ਦਾ ਨਿਚੋੜ ਇਹੀ ਹੈ ਕਿ ਉਸ ਮਾਲਕ ਨਾਲ, ਵਾਹਿਗੁਰੂ ਨਾਲ ਪ੍ਰੇਮ ਕਰੋ ਤੇ ਉਹਦੀ ਈਸ਼ਵਰ ਦੀ ਭਗਤੀ ਕਰੋ, ਉਹਦੀ ਭਗਤੀ। ਹੁਣ ਇੱਥੇ ਵਿਦਵਾਨਾਂ ਨੇ 4 ਅਨੁਬੰਧ ਲਿਖੇ ਹਨ। ਅਨੁਬੰਧ ਦਾ ਅਰਥ ਇਹ ਬਣਦਾ ਏ, ਇੱਕ ਹੁੰਦਾ ਏ ਅਧਿਕਾਰੀ ਅਨੁਬੰਧ, ਇੱਕ ਵਿਖੇ ਅਨੁਬੰਧ, ਇੱਕ ਪ੍ਰਯੋਜਨ ਅਨੁਬੰਧ, ਇੱਕ ਸੰਬੰਧ ਅਨੁਬੰਧ। ਹੁਣ ਆਪਾਂ ਇਹ ਸਮਝੀਏ ਅਧਿਕਾਰੀ ਅਨੁਬੰਧ। ਅਧਿਕਾਰੀ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਅਧਿਕਾਰ ਕਿਹਨੂੰ ਅਧਿਕਾਰ ਹੈ? ਧੰਨ ਗੁਰਦੇਵ ਆਖਦੇ ਹਨ, ਕਬੀਰ ਸਾਹਿਬ ਦੀ ਬਾਣੀ ਹੈ, ਕਿਆ ਪੜ੍ਹੀ ਹੈ, ਕਿਆ ਸੁਣੀ ਹੈ, ਕਿਆ ਵੇਦ ਪੁਰਾਨਾ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਆ ਸੋਈ।
ਹਰ ਕਾ ਨਾਮ ਨਾ ਜਪਸ ਕਵਾਰਾ, ਕਿਆ ਸੋਚੈ ਹੈ ਬਾਰੰਬਾਰਾ। ਇਹ ਹੈ ਅਧਿਕਾਰ। ਗੁਰਦੇਵ ਨੇ ਇਸ ਸ਼ਬਦ ਵਿੱਚ ਆਖਿਆ ਏ, ਬਾਣੀ ਪੜ੍ਹ ਕੇ ਨਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਸ ਈਸ਼ਵਰ ਦਾ ਪ੍ਰੇਮ ਲੱਗਣਾ ਚਾਹੀਦਾ ਏ। ਉਹਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਬਣਨੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਮਨ ਵਿੱਚ ਇੱਛਾ ਬਣੇ ਕਿ ਮੈਂ ਓੰਕਾਰ ਨੂੰ ਪਾਉਣਾ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੁੰਦੀ ਇਹੀ ਕੁਝ ਹੈ। ਸਤਿਗੁਰ ਦੀ ਬਾਣੀ ਚਾਹੁੰਦੀ ਹੈ ਕਿ ਜਿਹੜਾ ਮੈਨੂੰ ਪੜ੍ਹਦਾ ਪਿਆ ਹੈ ਨਾ, ਜਿਹੜਾ ਮੇਰੀ ਕਥਾ ਕਰਦਾ ਹੈ, ਵਿਚਾਰ ਕਰਦਾ ਹੈ, ਜਿਹੜਾ ਸੁਣਦਾ ਹੈ ਮੈਨੂੰ, ਜਿਹੜਾ ਮੇਰੀ ਬਾਣੀ ਪੜ੍ਹਦਾ ਰੋਜ਼ ਕਈ ਪਾਠ ਜਿਹੜਾ ਕਰਦਾ ਏ, ਮੈਂ ਚਾਹੁੰਦੀ ਹਾਂ ਕਿ ਪੜ੍ਹਨ ਵਾਲੇ ਦਾ ਮਿਲਾਪ ਉਸ ਪਰਮਾਤਮਾ ਦੇ ਨਾਲ ਹੋ ਜਾਵੇ। ਪੜ੍ਹਨ ਵਾਲੇ ਦਾ ਮਿਲਾਪ ਉਸ ਬ੍ਰਹਮ ਦੇ ਨਾਲ ਹੋ ਜਾਵੇ, ਇਹਦਾ ਮਿਲਾਪ। ਤੇ ਜੇ ਅਸੀਂ ਪੜ੍ਹ ਸੁਣ ਕੇ ਵੀ ਉਹਦੇ ਮਿਲਾਪ ਦੀ ਇੱਛਾ ਨਾ ਰੱਖੀਏ, ਫਿਰ ਉਹਦੀ ਭਗਤੀ ਦੇ ਨਾਲ ਨਾ ਜੁੜੀਏ, ਤੇ ਫਿਰ ਕਬੀਰ ਸਾਹਿਬ ਆਖਦੇ ਹਨ, ਕਿਆ ਪੜ੍ਹੀਏ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ, ਤੇਰਾ ਪੜ੍ਹਿਆ ਤੇਰਾ ਸੁਣਿਆ ਇਹਦਾ ਫਾਇਦਾ ਕੀ ਹੋਇਆ? ਤੈਨੂੰ ਤੇ ਫਾਇਦਾ ਕੋਈ ਮਿਲਿਆ ਨਹੀਂ ਨਾ। ਹੁਣ ਆਪਾਂ ਲੈਣੀ ਹੈ ਇੱਕ ਉਦਾਹਰਨ, ਤੁਲਨਾ ਨਹੀਂ ਦੇਣੀ, ਸਿਰਫ ਉਦਾਹਰਨ ਦੇ ਕੇ ਸਮਝਣਾ ਹੀ ਹੈ। ਵੇਖੋ, ਜਦੋਂ ਆਪਾਂ ਕਿਸੇ ਸ਼ਹਿਰ ਜਾਂਦੇ ਹਾਂ ਨਾ, ਸ਼ਹਿਰ ਵਿੱਚ ਨਾ ਕਿਤਾਬਾਂ ਦੇ ਸਟਾਲ ਲੱਗੇ ਹੁੰਦੇ ਹਨ। ਉਹਨਾਂ ਸਟਾਲਾਂ ਦੇ ਵਿੱਚ ਕਈ ਕਿਤਾਬਾਂ ਮਿਲਦੀਆਂ ਹਨ। ਅਚਾਰ ਬਣਾਉਣ ਦੀ ਕਿਤਾਬ ਲਓ ਜੀ, ਰਸੋਈ ਦੀ ਕਿਤਾਬ ਲਓ ਜੀ, ਜਾਂ ਕਿਸੇ ਵੈਦ ਦੇ ਨੁਸਖਿਆਂ ਦੀ ਕਿਤਾਬ ਲਓ। ਹੁਣ ਆਪਾਂ ਉਹ ਕਿਤਾਬ ਘਰ ਲੈ ਕੇ ਆ ਜਾਂਦੇ ਹਾਂ। ਮੰਨ ਲਓ ਅਚਾਰ ਬਣਾਉਣ ਦੀ ਕਿਤਾਬ ਜਾਂ ਰਸੋਈ ਘਰ ਦੀ ਕਿਤਾਬ ਲੈ ਕੇ ਆਪਾਂ ਆ ਗਏ ਹਾਂ। ਉਹਦੇ ਵਿੱਚ ਫਾਰਮੂਲੇ ਦੱਸੇ ਹਨ ਕਿ ਆਹ ਸਬਜ਼ੀ ਇਸ ਤਰ੍ਹਾਂ ਬਣਦੀ ਹੈ, ਆਹ ਅਚਾਰ ਇਸ ਤਰ੍ਹਾਂ ਬਣਦਾ ਹੈ, ਨੁਸਖੇ ਦੱਸੇ ਹਨ। ਜੇ ਆਪਾਂ ਕਿਤਾਬ ਪੜ੍ਹੀ ਜਾਈਏ ਕਿ ਉਹ ਅਚਾਰ ਬਣ ਜਾਵੇਗਾ, ਸਬਜ਼ੀ ਤਿਆਰ ਹੋਵੇਗੀ? ਨਹੀਂ। ਉਹਦੇ ਵਾਸਤੇ ਤੁਹਾਨੂੰ ਬਾਜ਼ਾਰ ਜਾਣਾ ਪਵੇਗਾ, ਮਾਰਕੀਟਿੰਗ ਕਰਨੀ ਪਵੇਗੀ, ਕੋਈ ਨਾ ਕੋਈ ਮਟੀਰੀਅਲ ਤੁਹਾਨੂੰ ਲਿਆਉਣਾ ਪਵੇਗਾ ਅਚਾਰ ਦਾ, ਸਬਜ਼ੀ ਦਾ। ਘਰ ਲਿਆਓਗੇ, ਕੱਟ ਵੱਢ ਕਰੋਗੇ, ਮਿਹਨਤ ਕਰੋਗੇ, ਤੇ ਫਿਰ ਹੀ ਉਹ ਸ਼ਾਮ ਨੂੰ ਸਬਜ਼ੀ ਤਿਆਰ ਹੋਵੇਗੀ, ਜਾਂ 5-10 ਦਿਨਾਂ ਬਾਅਦ ਅਚਾਰ ਤਿਆਰ ਹੋਵੇਗਾ। ਪੜ੍ਹ ਕੇ ਥੋੜ੍ਹਾ ਅਚਾਰ ਬਣੇਗਾ, ਜਾਂ ਸਬਜ਼ੀ ਥੋੜ੍ਹਾ ਤਿਆਰ ਹੋਵੇਗੀ। ਨੁਸਖਾ ਤੁਹਾਨੂੰ ਦੇ ਦਿੱਤਾ ਹੈ। ਇਸ ਲਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਨੁਸਖਾ ਤਿਆਰ ਕੀਤਾ ਕਿ ਉਸ ਈਸ਼ਵਰ ਦੀ ਪ੍ਰਾਪਤੀ ਕਿਸ ਤਰ੍ਹਾਂ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਨੁਸਖੇ ਦੀ ਰਚਨਾ ਕੀਤੀ, ਤੇ ਫਿਰ ਹੋਰ ਸੰਤ ਮਹਾਂਪੁਰਖ ਆਏ, ਉਹਨਾਂ ਨੇ ਵੀ ਆਪਣੇ ਨੁਸਖੇ ਲਿਖੇ। ਸਾਰਿਆਂ ਨੂੰ ਉਹਨਾਂ ਦੱਸਿਆ ਕਿ ਉਸ ਈਸ਼ਵਰ ਵਾਹਿਗੁਰੂ ਦਾ ਮਿਲਾਪ ਕਰਨਾ ਕਿਹੜੇ ਢੰਗ ਨਾਲ ਹੈ। ਸੋ ਇੰਨੇ ਭਗਤਾਂ ਨੇ, ਸੰਤਾਂ ਨੇ ਸਾਰੇ ਨੁਸਖੇ ਲਿਖੇ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰਿਆਂ ਮਹਾਂਪੁਰਖਾਂ ਦੇ ਨਿਚੋੜ ਇਕੱਠੇ ਕੀਤੇ, ਨੁਸਖੇ ਸਾਰੇ ਇਕੱਠੇ ਕੀਤੇ, ਬਾਣੀ ਇਕੱਤਰ ਕੀਤੀ, ਬਾਣੀ ਨੂੰ ਗੁੰਥਨ ਕੀਤਾ। ਗੁੰਥਨ ਕਰਕੇ ਇੱਕ ਗ੍ਰੰਥ ਦਾ ਰੂਪ ਦਿੱਤਾ ਗਿਆ। ਤੇ ਸਤਿਗੁਰ ਹੁਣ ਚਾਹੁੰਦੇ ਹਨ ਕਿ ਇਹਨੂੰ ਪੜ੍ਹ ਕੇ ਨਾ, ਤੇ ਅਸੀਂ ਇਹ ਨੁਸਖਾ ਤਿਆਰ ਕਰੀਏ। ਨੁਸਖਾ ਤਿਆਰ ਹੋਵੇਗਾ ਜਿਸ ਤਰ੍ਹਾਂ ਸਬਜ਼ੀ ਬਣਾਉਣੀ ਆ, ਉਹਦੇ ਵਿੱਚ ਮਿਰਚਾਂ, ਗੰਢੇ, ਲਸਣ, ਅਦਰਕ ਤੇ ਲੂਣ, ਮਿਰਚ, ਮਸਾਲੇ ਪਾਉਣੇ ਪੈਂਦੇ ਹਨ। ਫਿਰ ਜਾ ਕੇ ਸਬਜ਼ੀ ਬਣਦੀ ਹੈ, ਆਪਾਂ ਖਾਂਦੇ ਹਾਂ, ਫਿਰ ਆਖਦੇ ਹਾਂ ਵਾਹ ਹੁਣ ਮੇਰਾ ਪੇਟ ਭਰਿਆ ਏ। ਕਈ ਦਿਨਾਂ ਦੀ ਮੈਨੂੰ ਭੁੱਖ ਲੱਗੀ ਸੀ, ਮੈਂ ਤੇ ਸਵੇਰ ਦਾ ਭੁੱਖਾ ਸੀ, ਹੁਣ ਮੈਨੂੰ ਕਿਤੇ ਜਾ ਕੇ ਸੰਤੋਖ ਆਇਆ ਏ। ਇਸੇ ਤਰ੍ਹਾਂ ਇਹ ਨੁਸਖਾ ਪਤਾ ਕਿਸ ਤਰ੍ਹਾਂ ਤਿਆਰ ਕਰਨਾ ਹੈ। ਪਹਿਲਾਂ ਸਤਸੰਗ ਵਿੱਚ ਆਉਣਾ, ਬਾਣੀ ਨੂੰ ਸੁਣਨਾ, ਕਥਾ ਸੁਣਨੀ, ਕੀਰਤਨ ਸੁਣਨਾ,
ਫਿਰ ਗੁਰੂ ਵਾਲੇ ਬਣ ਜਾਣਾ, ਫਿਰ ਖੁਦ ਪ੍ਰਭਾਤ ਸਮਾਂ ਸੰਭਾਲਣਾ, ਉੱਠ ਕੇ ਫਿਰ ਵਾਹਿਗੁਰੂ ਦਾ ਜਪ ਤਪ ਕਰਨਾ, ਫਿਰ ਬਾਣੀ ਦਾ ਨਿਤਨੇਮ ਵੀ ਕਰਨਾ, ਰੋਜ਼ ਰੋਜ਼ ਨਿਰੰਤਰ ਭਗਤੀ ਕਰਨੀ, ਸਤ ਸੰਗ ਦੇ ਵਿੱਚ ਰੋਜ਼ ਆਉਣਾ। ਨੁਕਸਾ ਤਿਆਰ ਹੋ ਗਿਆ। ਜਦੋਂ ਇਹ ਨੁਕਸਾ ਤਿਆਰ ਹੋ ਗਿਆ, ਸਾਰਾ ਕੁਝ ਪੈ ਗਿਆ ਏ, ਤੇ ਫਿਰ ਆਪਾਂ ਖਾਵਾਂਗੇ ਭੋਗਾਂਗੇ, ਅਰਥਾਤ ਉਸ ਈਸ਼ਵਰ ਦੀ ਪ੍ਰਾਪਤੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਇਹੀ ਚਾਹੁੰਦੇ ਹਨ ਕਿ ਸਾਡਾ ਮਿਲਾਪ ਉਹਦੇ ਨਾਲ ਹੋ ਜਾਵੇ। ਇਸ ਲਈ ਅਧਿਕਾਰ ਕਿਹਨੂੰ ਹੈ ਬਾਣੀ ਪੜ੍ਹਨ ਦਾ? ਬਾਣੀ ਕਿਹਨਾਂ ਵਾਸਤੇ ਲਿਖੀ ਗਈ? ਬਾਣੀ ਸਿਰਫ ਉਹਨਾਂ ਵਾਸਤੇ ਲਿਖੀ ਗਈ ਹੈ ਜਿਨ੍ਹਾਂ ਨੇ ਉਸ ਈਸ਼ਵਰ ਦਾ, ਵਾਹਿਗੁਰੂ ਦਾ ਮਿਲਾਪ ਕਰਨਾ ਹੈ। ਬਾਣੀ ਦੂਜੇ ਵਾਸਤੇ ਨਹੀਂ ਲਿਖੀ। ਬਾਣੀ ਹੋਰ ਵਾਸਤੇ ਥੋੜ੍ਹਾ ਲਿਖੀ ਗਈ ਹੈ। ਬਾਣੀ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਉਸ ਈਸ਼ਵਰ ਨੂੰ ਮਿਲਣਾ ਹੈ। ਅਧਿਕਾਰ ਉਹਨੂੰ ਹੈ, ਇਸ ਕਰਕੇ ਅਧਿਕਾਰੀ ਅਨੁਬੰਧ। ਤੇ ਦੂਜਾ ਵਿਸ਼ਾ ਕੀ ਆ ਗਿਆ? ਵਿਖੇ ਅਨੁਬੰਧ। ਵਿਖੇ ਅਨੁਬੰਧ ਦਾ ਮਤਲਬ ਹੈ ਕਿ ਵਿਸ਼ਾ ਕੀ ਹੈ? ਗੁਰਬਾਣੀ ਦਾ। ਗੁਰਬਾਣੀ ਦਾ ਵਿਸ਼ਾ ਹੈ ਕਿ ਤੁਹਾਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋਵੇ। ਗੁਰਬਾਣੀ ਦਾ ਵਿਸ਼ਾ ਇਹ ਹੈ। ਗੁਰਬਾਣੀ ਪੜ੍ਹ ਕੇ ਸਾਨੂੰ ਪਤਾ ਲੱਗੇ ਕਿ ਮੈਂ ਉਸ ਮਾਲਕ ਦੀ ਇੱਕ ਛੋਟੀ ਜਿਹੀ ਅੰਸ਼ ਹਾਂ, ਮੈਂ ਉਹਦਾ ਇੱਕ ਕਿਣਕਾ ਹਾਂ। ਜਿਸ ਤਰ੍ਹਾਂ ਸਾਗਰ ਦੇ ਵਿੱਚ ਬੂੰਦਾਂ ਨਹੀਂ ਵੱਖਰੀਆਂ ਹੋ ਜਾਂਦੀਆਂ, ਬੂੰਦਾਂ, ਇਸੇ ਤਰ੍ਹਾਂ ਮੈਂ ਵੀ ਉਸ ਓੰਕਾਰ ਸਾਗਰ ਦੀ ਇੱਕ ਨਿੱਕੀ ਜਿਹੀ ਬੂੰਦ ਹਾਂ। ਉਹਦੇ ਨਾਲੋਂ ਮੈਂ ਵੱਖਰੀ ਹੋ ਗਈ ਹਾਂ। ਵੱਖਰੀ ਹੋ ਕੇ ਤੇ ਮੈਂ ਦੁੱਖ ਭੋਗਦੀ ਪਈ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਸ਼ਾ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਮੈਂ ਉਹਦਾ ਇੱਕ ਨਿੱਕਾ ਜਿਹਾ ਹਿੱਸਾ, ਮੈਂ ਬੂੰਦ ਹਾਂ ਉਸ ਸਾਗਰ ਦੀ। ਮੈਂ ਉਸ ਪਰਮ ਪ੍ਰਕਾਸ਼ ਦੇ ਵਿੱਚੋਂ ਨਿਕਲੀ ਹੋਈ ਇੱਕ ਜੋਤ ਹਾਂ, ਤੇ ਮੈਂ ਉਹਦੇ ਨਾਲੋਂ ਵਿਛੜ ਗਈ ਹਾਂ, ਤੇ ਮੈਂ ਦੁਬਾਰਾ ਉਹਦੇ ਵਿੱਚ ਲੈ ਆਉਣਾ ਹੈ, ਉਹਦੇ ਨਾਲ ਮਿਲਾਪ ਕਰਨਾ। ਇਹ ਵਿਸ਼ਾ ਹੈ ਗੁਰਬਾਣੀ ਦਾ। ਤੇ ਤੀਸਰਾ ਆ ਜਾਂਦਾ ਹੈ ਪ੍ਰਯੋਜਨ ਅਨੁਬੰਧ। ਪ੍ਰਯੋਜਨ ਅਨੁਬੰਧ ਇਹ ਹੈ ਕਿ ਤੁਹਾਡਾ ਮਿਲਾਪ ਕਰਵਾਉਣਾ ਹੈ ਉਸ ਪਰਮਾਤਮਾ ਦੇ ਨਾਲ ਬਾਣੀ ਨੇ। ਇਹ ਪ੍ਰਯੋਜਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿ ਤੁਹਾਡਾ ਮਿਲਾਪ ਕਰਵਾਉਣਾ ਹੈ। ਇਸੇ ਕਰਕੇ ਤੁਹਾਨੂੰ ਰੋਜ਼ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ। ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਇਹ ਵੀ ਨਹੀਂ ਭੁਲੇਖਾ ਰੱਖਣਾ ਕਿ ਗੁਰਦੁਆਰੇ ਦਾ ਗ੍ਰੰਥੀ ਕਥਾ ਸੁਣਾਉਂਦਾ ਹੈ, ਕੋਈ ਬਾਬਾ, ਕੋਈ ਦੇਹਧਾਰੀ ਕਥਾ ਸੁਣਾ ਰਿਹਾ ਹੈ। ਨਹੀਂ, ਇਹ ਕਥਾ ਗੁਰੂ ਨਾਨਕ ਆਪ ਹੀ ਸੁਣਾ ਰਹੇ ਹਨ। ਸੁਣੋ ਇਸ ਸ਼ਬਦ ਨੂੰ, ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ। ਇੱਥੇ ਗੁਰੂ ਦਾ ਨਾਂ ਲਿਖਿਆ ਹੈ ਜੋ ਸਾਡਾ ਮਿੱਤਰ ਹੈ। ਇੱਥੇ ਵੀ ਆਖਦੇ ਸਨ ਕਿਸੇ ਬਾਬੇ ਨੇ, ਕਿਸੇ ਗ੍ਰੰਥੀ ਨੇ ਸੁਣਾਈਆਂ, ਕਿਸੇ ਪੰਡਤ ਨੇ ਸੁਣਾਈਆਂ। ਨਹੀਂ, ਗੁਰੂ ਸੁਣਾ ਰਿਹਾ ਸਾਨੂੰ ਸਾਰਾ ਕੁਝ। ਜੇ ਅਸੀਂ ਕਥਾ ਸੁਣ ਕੇ, ਬਾਣੀ ਸੁਣ ਕੇ ਇਹ ਭਰਮ ਪਾਲ ਲਿਆ ਕਿ ਇਹ ਬਾਬਾ ਸੁਣਾਉਂਦਾ ਏ, ਇਹ ਗ੍ਰੰਥੀ, ਇਹ ਪੰਡਤ ਸੁਣਾਉਂਦਾ ਏ, ਇਹ ਵੀ ਅਗਿਆਨ ਹੈ। ਨਹੀਂ, ਗੁਰੂ ਨਾਨਕ ਆਪ ਹੀ ਕਥਾ ਸੁਣਾਉਂਦਾ ਹੈ ਸਾਨੂੰ। ਇਸ ਲਈ ਸਤਿਗੁਰ ਦੀ ਬਾਣੀ ਦਾ ਪ੍ਰਯੋਜਨ ਇਹ ਹੈ ਕਿ ਤੁਹਾਨੂੰ ਉਸ ਈਸ਼ਵਰ ਦੇ ਨਾਲ ਮਿਲਾਉਣਾ ਹੈ। ਵਿਛੜਿਆਂ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਗੁਰੂ ਨਾਨਕ ਸਾਹਿਬ ਪਰਮੇਸ਼ਰ ਸਰੂਪ ਸਤਿਗੁਰੂ ਉਹ ਚਾਹੁੰਦੇ ਹਨ, ਗੁਰੂ ਗ੍ਰੰਥ ਜੀ ਚਾਹੁੰਦੇ ਹਨ ਕਿ ਤੁਸੀਂ ਉਹਦੇ ਨਾਲ ਮਿਲਾਪ ਕਰ ਲਵੋ। ਚੌਥਾ ਆ ਜਾਂਦਾ ਹੈ ਸੰਬੰਧ ਅਨੁਬੰਧ। ਸੰਬੰਧ ਅਨੁਬੰਧ ਦਾ ਮਤਲਬ ਇਹ ਹੈ ਕਿ ਤੁਹਾਨੂੰ ਪਹਿਲਾਂ ਸਮਝਾਇਆ, ਫਿਰ ਕਥਾ ਕਹਾਣੀਆਂ ਸੁਣਾਈਆਂ, ਤੁਹਾਨੂੰ ਦੱਸਿਆ ਕਿ ਤੁਹਾਡਾ ਪ੍ਰਯੋਜਨ ਕੀ ਹੈ। ਜਦੋਂ ਸਮਝ ਆ ਗਿਆ ਤੇ ਫਿਰ ਬਾਣੀ ਨੇ ਸਾਡਾ ਉਹਦੇ ਨਾਲ ਸੰਬੰਧ ਜੋੜ ਦੇਣਾ ਹੈ, ਮਾਲਕ ਦੇ ਨਾਲ, ਵਾਹਿਗੁਰੂ ਨਾਲ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸਾਰ ਸਮਝਿਆ ਹੈ ਥੋੜ੍ਹੇ ਸਮੇਂ ਦੇ ਵਿੱਚ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪੂਰਾ ਸਾਰ ਸਮਝਣਾ ਹੋਵੇ
ਕਈ ਸਾਲਾਂ ਦੀ, ਕਈ ਮਹੀਨਿਆਂ ਦੀ ਮਿਹਨਤ ਦੀ ਲੋੜ ਹੈ। ਪਰ ਆਪਾਂ ਸ਼ਾਰਟਕੱਟ ਦੇ ਵਿੱਚ ਸਮਝ ਆਏ ਕਿ ਗੁਰਬਾਣੀ ਚਾਹੁੰਦੀ ਕੀ ਹੈ। ਗੁਰਬਾਣੀ ਚਾਹੁੰਦੀ ਹੈ ਕਿ ਸਾਡਾ ਉਸ ਓੰਕਾਰ ਨਾਲ, ਗੋਡ ਦੇ ਨਾਲ, ਅੱਲਾ ਦੇ ਨਾਲ, ਖੁਦਾ ਨਾਲ, ਵਾਹਿਗੁਰੂ ਨਾਲ, ਰਾਮ ਨਾਲ, ਹਰੀ ਦੇ ਨਾਲ ਮਿਲਾਪ ਹੋ ਜਾਵੇ ਜੀ। ਸੋ